बिस्मिल्लाहिर्रहमानिर्रहीम। अस्सलाम वालेकुम फ्रेंड्स, कैसे हैं आप सब लोग। उम्मीद करता हूँ आप सब लोग खैर खैरियत से होंगे। मैं हूं शेख अब्बास और आप देख रहे हैं मेरा यूट्यूब चैनल। तो फ्रेंड्स, आज हम एक और डेयरी फार्म पे मौजूद है। उनके ऑनर हमारे साथ है, उनसे आपकी मुलाकात करवाएंगे और उनसे पूछेंगे ये काम करते उन्हें कितना अरसा हो गया। अस्सलाम वालेकुम सर जी। क्या हाल चाल है सर, ठीक हो सर। सब तो पहले तो अपना नाम और अपने फार्म की लोकेशन दस दो। माशाल्लाह, मेलसी शहर, ठीक हो गया सर। ये डेयरी फार्मिंग का काम करते कितना अरसा हो गया ਤੁਹਾਨੂੰ। 7 साल हो गए। 7 साल, माशाल्लाह। अच्छा सर, ਜਿਹੜੇ ਅਸੀਂ ਜਾਨਵਰ ਦੇਖ ਰਹੇ ਹਾਂ ਆਪਣੇ ਕੋਲ, ਕਿਹੜੀ ਨਸਲ ਦੇ ਜਾਨਵਰ ਹੈ। फ्रीजन नस्ल अमेरिकन ब्रीड। अच्छा, फ्रीजन नस्ल, अमेरिकन ब्रीड। अच्छा, अपने ਕੋਲ प्योर ब्रीड है या क्रॉस चा। नहीं, प्योर ब्रीड, सैक्सीमन दी ब्रीड। अच्छा, सैक्सीमन ਦੀ प्योर ब्रीड है, प्योर ब्रीड। ਠੀਕ ਹੋ ਗਿਆ। ਤੇ ਸਰ ਹੁਣ ਇਹ प्योर ब्रीड ਤੁਸੀਂ ਆਪਣੀ ਇਸ ਜਗ੍ਹਾ ਤੇ ਰੱਖੀ ਹੈ, ਗਰਮੀ ਦਾ ਜਿਹੜਾ ਨਿਜ਼ਾਮ ਹੈ, ਠੀਕ ਹੈ, ਗਰਮੀ ਫੁੱਲ ਪੀਕ ਦੇ वास्ते शावर लाए हुए ने, पंखे लाए हुए ने। ठीक हो गया। ਤੇ ਟਾਈਮਿੰਗ ਦੇ ਨਾਲ ਪੰਖੇ ਸ਼ਾਵਰ ਚੱਲ ਰਹੇ ਨੇ ਸਾਰਾ ਦਿਨ। ठीक हो गया। ਰਾਤ ਨੂੰ ਵੀ ਜ਼ਰੂਰਤ ਪਏ ਤਾਂ ਚਲਾ ਲੈਂਦੇ। ਸਹੀ ਹੋ ਗਿਆ। ਅੱਛਾ ਸਰ, ਹੁਣ ਇਹ ਦੱਸੋ ਕਿ ਤੁਸੀਂ ਇਸ ਟਾਈਮ ਆਪਣੇ ਫਾਰਮ ਤੇ ਇੱਕ ਗਾਂ ਕੋਲੋਂ ਪਰ ਡੇ ਮਿਲਕ ਦੀ ਐਵਰੇਜ ਕਿੰਨੀ ਲੈ ਰਹੇ ਹੋ। ਤੇ ਤਕਰੀਬਨ 30 ਪਲੱਸ 30 ਕਿਲੋ 30 ਕਿਲੋ ਇੱਕ ਦਿਨ ਚ, ਇੱਕ ਦਿਨ ਵਿੱਚ ਪੂਰੇ ਦਿਨ ਚ। ਹਾਂਜੀ, ਠੀਕ ਹੋ 30 ਗਿਆ, ਪਲੱਸ ਹੈ। ਠੀਕ ਹੋ ਗਿਆ। ਅੱਛਾ, 30 ਕਿਲੋ ਤੁਸੀਂ ਦੁੱਧ ਲੈ ਕੇ ਇੱਕ ਜਾਨਵਰ ਕੋਲੋਂ, ਜੀ, ਤੇ ਬਦਲੇ ਚ ਉਹਨਾਂ ਤੇ ਖਰਚਾ ਕਿੰਨਾ ਕਰ ਰਹੇ ਹੋ ਇੱਕ ਦਿਨ ਦੇ ਵਿੱਚ। ਖਰਚੇ ਟੋਟਲ ਟੋਟਲ ਦੁੱਧ ਦਾ ਸਾਡਾ ਖਰਚਾ ਹੈ ਤਕਰੀਬਨ 400 ਲੀਟਰ ਦਾ ਡੇਲੀ। ਠੀਕ ਹੋ ਗਿਆ। ਤੇ ਹੁਣ ਜਾਨਵਰ ਜ਼ਿਆਦਾ ਨੇ, ਅਖਰਾਜਾਤ ਮਹਿੰਗਾਈ ਬਹੁਤ ਜ਼ਿਆਦਾ ਹੈ, ਅਖਰਾਜਾਤ ਵੱਧ ਗਏ ਨੇ। ਸਹੀ ਹੈ। ਤਕਰੀਬਨ 600 ਲੀਟਰ ਤੱਕ ਜਾ ਪਿਆ, ਅੱਗੇ 400 ਲੀਟਰ ਸੀ, ਜੀ ਜੀ। 600 ਲੀਟਰ ਤੱਕ ਖਰਚਾ ਡੇਲੀ ਦਾ ਜਾ ਪਿਆ। ਅੱਛਾ। ਤੇ ਇਸ ਤੋਂ ਉੱਤੇ ਜਿਹੜੀ ਮਿਲਕਿੰਗ ਹੁੰਦੀ ਹੈ, ਦੁੱਧ ਹੁੰਦਾ ਹੈ, ਉਹ ਫਿਰ ਜਾ ਕੇ ਕੁਝ ਬਚਤ ਵਗੈਰਾ ਹੁੰਦੀ ਹੈ। ਅੱਛਾ, ਇੱਕ ਜਾਨਵਰ ਕੋਲੋਂ ਤੇ ਬਦਲੇ ਤੇ ਉਹਦੇ ਤੇ ਖਰਚਾ ਕਿੰਨਾ ਕਰ ਰਹੇ ਹੋ ਇੱਕ ਦਿਨ ਵਿੱਚ। ਤਕਰੀਬਨ 15 ਲੀਟਰ। ਅੱਛਾ, 15 ਲੀਟਰ ਉਹ ਖਰਚਾ ਕਰ ਜਾਂਦੀ, 15 ਲੀਟਰ ਤੁਹਾਨੂੰ ਬਚਾ ਰਹੀ ਹੈ। ਠੀਕ ਹੋ ਗਿਆ। ਅੱਛਾ ਸਰ, ਹੁਣ ਇਹ ਪੁੱਛੇ ਕਿ ਇਹਨਾਂ ਦੇ ਖਾਣ ਦੇ ਵਿੱਚ ਤੁਸੀਂ ਕਿਹੜੀ ਸ਼ੈ ਇਸਤੇਮਾਲ ਕਰ ਰਹੇ ਹੋ। ਸਾਈਲੇਜ ਹੈ, ਠੀਕ ਹੋ ਮਕਈ ਗਿਆ। ਦਾ ਸਬਜ਼ ਚਾਰਾ ਹੈ। ਠੀਕ ਹੋ ਗਿਆ। ਸਾਈਲੇਜ ਵੀ ਮਕਈ ਦਾ ਹੀ ਹੈ। ਠੀਕ ਹੈ। ਸਬਜ਼ ਚਾਰਾ ਮਕਈ ਦਾ, ਉਸ ਤੋਂ ਬਾਅਦ ਤੂੜੀ ਹੈ, ਠੀਕ ਹੈ। ਤੇ ਵੰਡਾ ਹੋ ਗਿਆ। ਠੀਕ ਹੈ। ਇਹਨਾਂ ਹਿੱਤਰਾਂ ਵਾਸਤੇ ਅਸੀਂ ਪਾ ਰਹੇ ਹਾਂ ਗੋਸ਼ਤ ਵਾਲਾ ਵੰਡਾ। ਸਹੀ ਹੈ। ਤੇ ਦੂਸਰਾ ਉਹਨਾਂ ਵਾਸਤੇ ਲਿਆਰੀਆਂ ਵਾਸਤੇ ਪਾ ਰਹੇ ਹਾਂ ਹਾਈਟੈਕ ਵਾਲਿਆਂ ਦੀ ਫੀਡ। ਠੀਕ ਹੋ ਗਿਆ। ਮਿਕਸ ਫੀਡ ਹੈ, ਉਹਦੇ ਚ 7-8 ਆਈਟਮ ਨੇ। ਸਹੀ ਹੈ। ਉਹ ਪਾ ਰਹੇ ਹਾਂ। ਠੀਕ ਹੋ ਗਿਆ। ਉਹਦੇ ਨਾਲ ਮਿਲਕ ਦੀ ਐਵਰੇਜ ਵੱਧਦੀ ਹੈ ਵੰਡੇ ਨਾਲ। ਬਹੁਤ ਅੱਛੀ ਐਵਰੇਜ ਹੈ। ਠੀਕ ਹੋ ਗਿਆ। ਅੱਛਾ ਸਰ, ਹੁਣ ਸਾਡੇ ਜਿਹੜੇ ਦੇਖਣ ਵਾਲੇ ਨਿਊ ਵੀਵਰਸ ਨੇ, ਜੀ, ਉਹਨਾਂ ਨੂੰ ਤੁਸੀਂ ਕੀ ਮਸ਼ਵਰਾ ਦਿਓਗੇ ਕਿ ਉਹ ਇਸ ਕੰਮ ਵਿੱਚ ਆਵਣ ਤੇ ਉਹਨਾਂ ਨੂੰ ਸਟਾਰਟਿੰਗ ਚ ਕਿਹੜੀ ਚੀਜ਼ ਦੀ ਮਾਲੂਮਾਤ ਲੈਣੀ ਚਾਹੀਦੀ ਹੈ, ਕਿਹੜੀ ਚੀਜ਼ ਤੇ ਗੌਰ ਕਰਨਾ ਚਾਹੀਦਾ, ਉਹ ਕੋਈ ਥੋੜਾ ਜਿਹਾ ਦੱਸੋ। ਅੱਛੀ ਬਰੀਡ ਦੇ ਜਾਨਵਰ ਖਰੀਦਣ, ਦੁੱਧ ਵਾਲੇ ਜਾਨਵਰ ਖਰੀਦਣ। ਠੀਕ ਹੈ। ਤੇ ਦੇਖਭਾਲ ਅੱਛੀ ਹੋਵੇ। ਸਹੀ ਹੈ। ਟਾਈਮ ਟੇਬਲ ਹੋਵੇ ਹਰ ਚੀਜ਼ ਦਾ, ਚਾਰੇ ਦਾ ਟਾਈਮ ਟੇਬਲ, ਮਿਲਕਿੰਗ ਦਾ ਟਾਈਮ ਟੇਬਲ, ਸਫਾਈ ਸੁਥਰਾਈ, ਇਹ ਚੀਜ਼ਾਂ ਨੇ ਬਸ। ਠੀਕ ਹੈ। ਅੱਛਾ ਸਰ, ਇਹ ਦੱਸੋ ਕਿ ਹੁਣ ਨया ਬੰਦਾ ਵੱਛੀ ਖਰੀਦੇ ਜਾਂ ਤਿਆਰ ਦੁੱਧ ਵਾਲੀ ਗਾय ਖਰੀਦੇ, ਇਸ ਬਾਰੇ ਕੋਈ ਦੱਸੋ। ਕਾਫੀ ਲੋग ਵੱਛੀਆਂ ਵੀ ਰੱਖ ਰਹੇ ਨੇ। ਸਹੀ ਹੈ। ਤੇ ਦੁੱਧ ਵਾਲੇ ਜਾਨਵਰ ਵੀ। ਦੁੱਧ ਵਾਲੇ ਜਾਨਵਰ ਦੀ ਦੇਖਭਾਲ ਖਰਚਾ ਥੋੜਾ ਜ਼ਿਆਦਾ ਹੈ, ਤੇ ਹਿਫਰਾਂ ਦਾ ਖਰਚਾ ਥੋੜਾ ਘੱਟ ਹੈ, ਉਹਨਾਂ ਨੂੰ ਸਿਰਫ ਪਾਣਾ ਹੈ ਸਵੇਰ ਸ਼ਾਮ। ਸਹੀ ਹੈ। ਤੇ ਦੁੱਧ ਵਾਲੇ ਜਾਨਵਰ ਦਾ ਜ਼ਿਆਦਾ ਦੇਖਭਾਲ ਕਰਨੀ ਪੈਂਦੀ ਹੈ, 3 ਟਾਈਮ ਪਾਣਾ ਪੈਂਦਾ, ਉਹਨਾਂ ਨੂੰ ਚਵਾਈ ਵੀ 3 ਟਾਈਮ ਕਰਨੀ ਪੈਂਦੀ। ਬਿਹਤਰ ਤਾਂ ਹੈ ਦੋਵੇਂ ਜਾਨਵਰ ਰੱਖਣ ਬਰਾਬਰ ਦੇ। ਠੀਕ ਹੈ। ਤਾਂ ਕਿ ਅਗਰ ਉਹ ਦੁੱਧ ਵਾਲੇ ਜਾਨਵਰ ਤੇ ਵੀ ਜ਼ਿਆਦਾ ਬਰਡਨ ਨਾ ਆਵੇ ਤੇ ਛੋਟੇ ਵੀ ਪਲਦੇ ਰਹਿਣ। ਸਹੀ ਹੋ ਗਿਆ। ਅੱਛਾ ਸਰ, ਹੁਣ ਇਹ ਦੱਸੋ ਕਿ ਸਟਾਰਟਿੰਗ ਵਿੱਚ ਕਿਸੇ ਭਾਈ ਨੇ 10 ਗਾਈਆਂ ਤੋਂ ਕੰਮ ਸਟਾਰਟ ਕੀਤਾ, ਠੀਕ ਹੈ, ਤੇ ਮੈਕਸਿਮਮ ਇੱਕ ਗਾय ਉਹਨਾਂ ਨੂੰ ਮਿਲਕ ਵਾਲੀ ਅੱਛੀ ਜਿਹੜੀ ਮਿਲਕ ਦੇਣ ਵਾਲੀ ਗਾय ਹੈ, ਉਹ ਕਿੰਨੇ ਦੀ ਮਿਲੇਗੀ ਇੱਕ ਗਾय। ਕਮ ਸੇ ਕਮ 5 ਤੋਂ 6 ਲੱਖ ਰੁਪਏ। 5 ਤੋਂ 6 ਲੱਖ ਰੁਪਏ ਤਿਆਰ ਗਾय ਜਿਹੜੀ ਦੁੱਧ ਦੇ ਰਹੀ ਹੋਏਗੀ। ਹਾਂਜੀ, ਠੀਕ ਹੋ ਗਿਆ। ਤਕਰੀਬਨ 25-30 ਲੀਟਰ ਦੁੱਧ ਹੋਏਗਾ। 25 ਤੋਂ 30 ਲੀਟਰ। ਇਸ ਤੋਂ ਉੱਤੇ ਵੀ ਹੈ ਦੁੱਧ, ਜਿਵੇਂ ਰੇਟ ਜ਼ਿਆਦਾ ਹੋਏਗਾ ਉਵੇਂ ਦੁੱਧ ਵੀ ਅੱਛਾ ਹੋਏਗਾ। ਵੈਸੇ 40-45 ਲੀਟਰ ਐਵਰੇਜ ਵਾਲੀਆਂ ਵੀ ਹੈ। ਸਹੀ ਹੈ। ਹਾਂ, ਇਲਾਕੇ ਦੇ ਵਿੱਚ ਵੀ ਹਨ, ਸਾਡੇ ਕੋਲ ਵੀ ਫਾਰਮ ਤੇ ਹੈ। ਅੱਛਾ ਸਰ, ਹੁਣ ਇਹ ਦੱਸੋ ਕਿ ਤੁਸੀਂ ਤੇ ਇੰਨਾ ਵੱਡਾ ਸੈਟਅਪ ਕੀਤਾ ਹੋਇਆ, ਇਹਨਾਂ ਤੇ ਸ਼ਾਵਰਿੰਗ ਲਾਈ ਹੋਈ ਹੈ, ਪੱਖੇ ਲਗਾਏ ਹੋਏ ਆ, ਹੁਣ ਕੋਈ ਨया ਬੰਦਾ ਉਹ ਤੇ ਇੰਨਾ ਵੱਡਾ ਸੈਟਅਪ ਨਹੀਂ ਕਰ ਸਕਦਾ, ਉਹਨਾਂ ਲਈ ਇਹ ਨਸਲ ਰੱਖਣ ਲਈ ਕੀ ਨਸਲ ਵਾਸਤੇ ਇਹ ਚੀਜ਼ ਜ਼ਰੂਰੀ ਹੈ, ਪੰਖੇ ਤੇ ਸ਼ਾਵਰ। ਠੀਕ ਹੈ। ਤੇ ਗਰਮੀ ਦੇ ਦਿਨਾਂ ਦੇ ਵਿੱਚ। ਠੀਕ ਹੈ। ਤੇ ਗਰਮੀ ਜ਼ਿਆਦਾ ਸ਼ਾਵਰ ਚੱਲਦੇ ਨੇ ਮਈ, ਜੂਨ, ਜੁਲਾਈ, ਅਗਸਤ, ਇਹ 4 ਮਹੀਨੇ। ਸਹੀ ਹੈ। ਇਹ ਚੀਜ਼ ਜ਼ਰੂਰੀ ਹੈ ਨਾ ਵਾਸਤੇ। ਪਾਣੀ ਖੁੱਲਾ ਹੋਵੇ, ਨਮਕ ਹੋਵੇ, ਪਾਣੀ ਦੇ ਵਿੱਚ ਨਮਕ ਤੇ ਚੂਨਾ ਪਾਈਦਾ ਅਸੀਂ। ਦੂਸਰਾ ਅੱਗੇ ਵੀ ਨਮਕ ਰੱਖੀਦਾ ਹੈ। ਸਹੀ ਹੈ। ਮਿੱਠਾ ਸੋਡਾ ਪਾਈਦਾ ਹੈ। ਇਹ ਚੀਜ਼ਾਂ ਜ਼ਰੂਰੀ ਡੇਲੀ ਬੁਨਿਆਦ ਤੇ। ਠੀਕ ਹੋ ਗਿਆ। ਅੱਛਾ ਸਰ, ਹੁਣ ਲਾਸਟ ਤੇ ਤੁਹਾਡੇ ਕੋਲ ਇੱਕ ਸਵਾਲ ਕਰਾਂਗੇ ਕਿ ਕਾਮਯਾਬ ਜਿਹੜਾ ਡੇਅਰੀ ਫਾਰਮਿੰਗ ਕਰਨ ਲਈ, ਹਾਂਜੀ, ਠੀਕ ਹੈ, ਮੇਨ ਕੋਈ ਰਾਜ਼ ਜਿਹੜਾ ਨਾ ਡੇਅਰੀ ਫਾਰਮਿੰਗ ਦਾ,
ਉਹ ਸਾਨੂੰ ਦੱਸੋ ਕਿ मालिक ਕਾਮਯਾਬ खुद ਕਰੋ। होना जरूरी है ठीक है। 24 घंटे वास्ते। ਜ਼ਬਰਦਸਤ, मालिक खुद विच बैठा है, देख हर चीज पे नजर रख रहा है, सही है। लेबर के पीछे है तो वो कामयाब है। ठीक है। जेडे मालिक बाहर बैठे ने नौकरां सिर रखे, सिर पे सिटे हुए मुंशी रखे हुए ने, वो फार्म कामयाब नहीं है बल्कि फ्लॉप हो गए। ਸਹੀ ਹੈ। ਯਾਨੀ ਕਿ ਤੁਹਾਡਾ ਕਹਿਣ ਦਾ ਮਕਸਦ ਹੈ ਕਿ ਕੋਈ ਵੀ ਇਹ ਕੰਮ ਸਟਾਰਟ ਕਰੇ हाँ, ਤੇ खुद ਉਹ ਖੁਦ बैठ के निगरानी खुद निगरानी खुद हाँ, करे। निगरानी खुद करे। ठीक है, बहुत शुक्रिया सर। ठीक। जी तो फ्रेंड्स ये थी आज की वीडियो। उम्मीद करते हैं आपको आज की वीडियो अच्छी लगी होगी। इंशाल्लाह नेक्स्ट वीडियो में आपके साथ मुलाकात करेंगे। तब तक अपने दोस्त शेख अब्बास को दीजिए इजाजत। अल्लाह हाफिज।